स्वागत है पीटीसी न्यूज़ ਦੇ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਦਾ ਫੇਸਬੁੱਕ ਪੇਜ। ਇੱਕ ਅਹਿਮ ਖਬਰ ਜਿਸ ਤੇ ਅੱਜ ਸਾਰੇ ਮੁਲਕ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸੀਗੀਆਂ ਕਿ ਖੇਤੀ ਕਾਨੂੰਨਾਂ ਦਾ ਬਣੇਗਾ ਕੀ। ਹਾਲਾਂਕਿ ਪਹਿਲਾਂ ਹੀ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਕੱਲ ਸੁਪਰੀਮ ਕੋਰਟ ਦੇ ਵਿੱਚ ਜਦੋਂ ਸੁਣਵਾਈ ਹੋਵੇਗੀ ਤਾਂ ਇਹ ਹੋ ਸਕਦਾ ਹੈ ਤੇ ਹੋਇਆ ਵੀ ਹੋ ਖੇਤੀ ਕਾਨੂੰਨਾਂ ਤੇ ਅੰਤਰਮ ਤੌਰ ਤੇ ਰੋਕ ਲਗਾ ਦਿੱਤੀ ਗਈ ਹੈ। ਸੁਪਰੀਮ ਕੋਰਟ ਵੱਲੋਂ ਹੋਲਡ ਕਰ ਦਿੱਤੇ ਗਏ ਨੇ ਕਾਨੂੰਨ। ਜਦ ਤੱਕ ਕੋਈ ਨਵਾਂ ਫੈਸਲਾ ਨਹੀਂ ਸੁਣਾਇਆ ਜਾਂਦਾ ਇਹ ਕਾਨੂੰਨ ਲਾਗੂ ਨਹੀਂ ਹੋਣਗੇ। ਇਸ ਦੇ ਨਾਲ ਹੀ ਇੱਕ ਕਮੇਟੀ ਬਣਾਉਣ ਦੀ ਗੱਲ ਕਹੀ ਗਈ ਹੈ। 4 ਮੈਂਬਰੀ ਕਮੇਟੀ ਬਣਾਈ ਜਾਏਗੀ ਜੋ ਇਹ ਬਿੱਲਾਂ ਦੀ ਘੋਖ ਕਰੇਗੀ ਕਿ ਕੀ ਇਹਨਾਂ ਬਿੱਲਾਂ ਦੇ ਵਿੱਚ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ। ਸੋ ਵੱਡੀ ਗੱਲ ਇਹ ਹੈ ਕਿ ਜੋ ਪਹਿਲਾਂ ਹੀ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਸੁਪਰੀਮ ਕੋਰਟ ਦੇ ਵਿੱਚ ਜਦੋਂ ਅੱਜ ਬਹਿਸ ਹੋਏਗੀ, ਕਿਉਂਕਿ ਸੁਪਰੀਮ ਕੋਰਟ ਕਹਿੰਦੀ ਹੈ ਕਿ ਮੇਰਾ ਅਧਿਕਾਰ ਖੇਤਰ ਇਹ ਨਹੀਂ ਹੈਗਾ ਕਿ ਮੈਂ ਖੇਤੀ ਕਾਨੂੰਨ ਕਹਿ ਦੇਵਾਂ ਕਿ ਵਾਪਸ ਲੈ ਲਓ ਜਾਂ ਖਤਮ ਕਰ ਦਿਓ। ਮੇਰਾ ਅਧਿਕਾਰ ਖੇਤਰ ਇਹ ਜ਼ਰੂਰ ਹੈਗਾ ਕਿ ਮੈਂ ਹੋਲਡ ਕਰਵਾ ਸਕਦਾ, ਮੈਂ ਰੋਕ ਲਗਵਾ ਸਕਦਾ। ਅੰਤਰਮ ਤੌਰ ਤੇ ਰੋਕ ਲਗਾ ਦਿੱਤੀ ਹੈ। ਅੱਜ ਤਿੱਖੀ ਬਹਿਸ ਹੋਈ ਹੈ, ਚਰਚਾ ਹੋਈ ਹੈ, ਜ਼ਰਹਾ ਹੋਈ ਹੈ। ਉਸ ਦੇ ਵਿੱਚ ਬੜੇ ਸਾਰੇ ਪੁਆਇੰਟ ਨਿਕਲ ਕੇ ਸਾਹਮਣੇ ਆਏ ਨੇ। ਸੁਪਰੀਮ ਕੋਰਟ ਨੇ ਇੱਕ ਗੱਲ ਇਹ ਵੀ ਕਹੀ ਹੈ ਕਿ ਲੰਬੇ ਸਮੇਂ ਤੱਕ ਖੇਤੀ ਕਾਨੂੰਨਾਂ ਨੂੰ ਹੋਲਡ ਨਹੀਂ ਕੀਤਾ ਜਾ ਸਕਦਾ। ਲੰਬੇ ਸਮਾਂ ਤੱਕ ਅਸੀਂ ਅੰਤਰਮ ਰੋਕ ਨਹੀਂ ਲਗਾ ਸਕਦੇ। ਜਲਦੀ ਹੀ ਫੈਸਲਾ ਲੈਣਾ ਪਵੇਗਾ, ਉਸ ਤੋਂ ਬਾਅਦ ਖੇਤੀ ਕਾਨੂੰਨ ਲਾਗੂ ਕਰਨੇ ਪੈਣਗੇ, ਇਹ ਸੁਪਰੀਮ ਕੋਰਟ ਨੇ ਕਿਹਾ। ਇਸ ਤੋਂ ਇਲਾਵਾ ਅੱਜ ਇੱਕ ਵੱਡੀ ਗੱਲ ਇਹ ਵੀ ਹੋਈ ਹੈ ਕਿ ਜਿਹੜੀਆਂ 36 ਕਿਸਾਨ ਜਥੇਬੰਦੀਆਂ ਉਹਨਾਂ ਦੇ ਵਕੀਲ ਪੇਸ਼ ਨਹੀਂ ਹੋਏ। ਇੱਕ ਕਿਸਾਨ ਜਥੇਬੰਦੀ ਦਾ ਵਕੀਲ ਪੇਸ਼ ਹੋਇਆ और जो उसने बयान दिता उसते कई तरह के किंतु परंतु चुके जा रहे हैं। उसने ये बयान दिता कि किसानी संघर्ष दे विच बजुर्ग ਬੱਚੇ ਤੇ ਬੀਬੀਆਂ ਇਹਨਾਂ ਸਾਰਿਆਂ ਨੂੰ ਸੰਘਰਸ਼ ਤੋਂ ਅਲੱਗ ਕਰ ਦਿੱਤਾ ਜਾਏਗਾ। ਇਹਨਾਂ ਨੂੰ ਘਰਾਂ ਦੇ ਵਿੱਚ ਵਾਪਸ ਮੋੜ ਦਿੱਤਾ ਜਾਏਗਾ। ਜਦਕਿ ਜਿਹੜੀਆਂ ਬਾਕੀ ਕਿਸਾਨ ਜਥੇਬੰਦੀਆਂ ਉਹ ਲਗਾਤਾਰ ਇਹ ਕਹਿ ਰਹੀਆਂ ਕਿ ਇਹ ਸੰਘਰਸ਼ ਦਾ ਹਿੱਸਾ ਨੇ। ਜਦ ਤੱਕ ਸੰਘਰਸ਼ ਦੀ ਪ੍ਰਾਪਤੀ ਨਹੀਂ ਹੋ ਜਾਂਦੀ ਅਸੀਂ ਕਿਸੇ ਵੀ ਬਜ਼ੁਰਗ ਬੱਚੇ ਜਾਂ ਬੀਬੀਆਂ ਨੂੰ ਘਰ ਜਾਣ ਲਈ ਵਾਪਸੀ ਨਹੀਂ ਕਵਾਂਗੇ। ਜਦਕਿ ਸੁਪਰੀਮ ਕੋਰਟ ਨੇ ਕੋਟ ਕੀਤਾ ਕਿਉਂਕਿ ਇੱਕ ਕਿਸਾਨ ਜਥੇਬੰਦੀ ਜਿਹੜੀ ਪੇਸ਼ ਹੋਈ ਸੀ ਉਸ ਦੇ ਵਕੀਲ ਨੇ ਕਿਹਾ ਸੀਗਾ ਕਿ ਅਸੀਂ ਤੁਹਾਨੂੰ ਇਹ ਭਰੋਸਾ ਦਿਵਾਉਂਦੇ ਆ ਕਿ ਬੀਬੀਆਂ ਨੂੰ, ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਅਸੀਂ ਵਾਪਸ ਕਰ ਦਾਂਗੇ। ਤਾਂ ਉਹਨਾਂ ਨੇ ਕਿਹਾ ਕਿ ਅਸੀਂ ਕੋਟ ਕਰ ਰਹੇ ਹਾਂ ਤੁਹਾਡੀ ਸਟੇਟਮੈਂਟ ਨੂੰ ਕਿ ਤੁਸੀਂ ਇਸ ਤੇ ਖਰਾ ਉਤਰੋਗੇ ਔਰ ਇਹਨਾਂ ਨੂੰ ਵਾਪਸ ਭੇਜੋਗੇ। ਅੱਜ ਬੜੀਆਂ ਚਰਚਾਵਾਂ ਹੋਈਆਂ ਸੁਪਰੀਮ ਕੋਰਟ ਦੇ ਵਿੱਚ। ਫਿਲਹਾਲ ਮੋਟੀ ਖਬਰ ਇਹੀ ਨਜ਼ਰ ਆ ਰਹੀ ਹੈ ਕਿ ਸੁਪਰੀਮ ਕੋਰਟ ਨੇ ਜਿਹੜੀ ਰੋਕ ਲਗਾਈ ਹੈ ਉਸ ਰੋਕ ਨੂੰ ਕਈ ਤਰ੍ਹਾਂ ਦੇ ਨਾਲ ਦੇਖਿਆ ਜਾ ਰਿਹਾ ਹੈ। ਤਰਲੋਚਨ ਸਿੰਘ ਵੀ ਲਗਾਤਾਰ ਸਾਡੇ ਨਾਲ ਜੁੜੇ ਹੋਏ ਨੇ, ਲਾਈਵ ਤੁਹਾਨੂੰ ਸਵੇਰ ਤੋਂ ਦੱਸ ਰਹੇ ਨੇ। ਹੁਣ ਬਣੇਗਾ ਕੀ, ਹੋਏਗਾ ਕੀ, ਇਸ ਤੇ ਸਾਰਿਆਂ ਦੀਆਂ ਨਜ਼ਰਾਂ। ਤਰਲੋਚਨ, ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇਹ ਸਮਝਣਾ ਚਾਹੁੰਦਾ ਇਹ ਜਿਹੜਾ ਹੁਣ ਹੋਲਡ ਕੀਤਾ ਕਾਨੂੰਨ ਤੇ ਰੋਕ ਲਗਾਈ ਗਈ ਅੰਤਮ ਤੌਰ ਤੇ, ਇਸ ਦਾ ਸੰਘਰਸ਼ ਨਾਲ ਕੀ ਲੈਣ ਦੇਣਾ? ਸੰਘਰਸ਼ ਰੁਕੇਗਾ? ਸੰਘਰਸ਼ ਖਤਮ ਹੋ ਗਿਆ? ਸੰਘਰਸ਼ ਦੀ ਪ੍ਰਾਪਤੀ ਮੰਨੀਏ ਇਹਨੂੰ? ਹਰਪ੍ਰੀਤ ਜੀ, ਜੇ ਇਹਨੂੰ ਆਪਾਂ ਸਮੁੱਚੇ ਪ੍ਰਪੇਖ ਤੋਂ ਦੇਖੀਏ ਤਾਂ ਮੈਂ ਕਹੂੰਗਾ ਕਿਸਾਨਾਂ ਦੀ ਤੀਸਰੀ ਜਿੱਤ ਹੈ। ਤੁਸੀਂ ਪੁੱਛੋਗੇ ਕਿਵੇਂ? ਪਹਿਲੀ ਜਿੱਤ ਹੈ ਜਦੋਂ ਕਿਸਾਨ ਦਿੱਲੀ ਗਏ ਔਰ ਉਹਨਾਂ ਤੇ ਦੂਸ਼ਣ ਲਾਏ ਖਾਲਿਸਤਾਨੀ ਨੇ, ਮਾਓਵਾਦੀ ਨੇ, ਨਕਸਲਾਈਟ ਨੇ, ਕਾਮਰੇਡ ਨੇ, 100 ਤਰ੍ਹਾਂ ਦੇ ਦੂਸ਼ਣ ਲਾਏ। ਇਹਦੇ ਬਾਵਜੂਦ ਇਹ ਅੰਦੋਲਨ ਜਿਹੜਾ ਲੋਕ ਲਹਿਰ ਬਣ ਗਿਆ। ਕੈਨੇਡਾ ਤੋਂ ਲੈ ਕੇ ਅਬੋਰ ਤੱਕ ਸਾਰੇ ਰਾਜਾਂ ਵਿੱਚ ਇਹ ਪਸਰ ਗਿਆ ਔਰ ਭਾਰਤ ਸਰਕਾਰ ਨੂੰ ਕੋਈ ਕਹਿਣ ਦਾ ਮੌਕਾ ਨਹੀਂ ਮਿਲਿਆ। ਦੂਸਰੀ ਗੱਲ, ਜਿਹੜਾ ਪ੍ਰਚਾਰ ਕਰਦੇ ਸੀ ਭਾਰਤ ਸਰਕਾਰ ਵੀ ਇਦਾਂ ਦੇ ਕਾਨੂੰਨ ਕਦੀ ਬਣਨੇ ਨਹੀਂ, ਇਹ ਕਿਸਾਨਾਂ ਦੇ ਭਲਾਈ ਲਈ ਨੇ, ਇਨਕਮ ਦੁੱਗਣੀ ਕਰ ਦੇਣਗੇ। ਪਰ ਜਦੋਂ 8 ਗੇੜ ਦੀਆਂ ਟੇਬਲ ਤੇ ਬੈਠ ਕੇ ਗੱਲਾਂ ਬਾਤਾਂ ਹੋਈਆਂ, ਟੇਬਲ ਤੇ ਵੀ ਕਿਸਾਨਾਂ ਨੇ ਭਾਰਤ ਨੂੰ ਸਰਕਾਰ ਨੂੰ ਹਰਾਇਆ। ਕਿਵੇਂ ਹਰਾਇਆ? ਕਈ ਸੋਧਾਂ ਕਰਨ ਲਈ ਭਾਰਤ ਸਰਕਾਰ ਮੰਨ ਲਈ ਵੀ ਇਹ ਟੁੱਟੀਆਂ ਰਹਿ ਗਈਆਂ। ਟੇਬਲ ਤੇ ਭਾਰਤ ਸਰਕਾਰ ਨੇ ਮੰਨ ਲਿਆ ਵੀ ਇਹ ਕਾਨੂੰਨ ਵਿੱਚ ਬਹੁਤ ਵੱਡੀਆਂ ਤਰੁੱਟੀਆਂ ਨੇ। ਉਹ ਤੀਸਰੀ ਗੱਲ, ਸੁਪਰੀਮ ਕੋਰਟ ਨੇ ਜੋ ਅੱਜ ਕੀਤਾ ਇਹ ਦੇਖਣ ਵਾਲੀ ਗੱਲ ਹੈ। ਸੁਪਰੀਮ ਕੋਰਟ 'ਚ ਕੌਣ ਗਿਆ? ਜਿਹੜੀਆਂ ਜਥੇਬੰਦੀਆਂ ਸੰਘਰਸ਼ਸ਼ੀਲ ਨੇ ਉਹ ਨਹੀਂ ਗਈਆਂ। ਸੁਪਰੀਮ ਕੋਰਟ ਨੇ ਆਪਣੇ ਪੱਧਰ ਤੇ ਨੋਟਿਸ ਲੈ ਕੇ ਅੱਜ ਕਹਿ ਦਿੱਤਾ ਵੀ ਇਹ ਕਾਨੂੰਨ ਜਿਹੜੇ ਲਾਗੂ ਨਹੀਂ ਹੋਣੇ ਚਾਹੀਦੇ ਜਿੰਨਾ ਚਿਰ ਇਹਦੇ ਤੇ ਚਰਚਾ ਨਹੀਂ ਹੁੰਦੀ। ਇਹਦਾ ਮਤਲਬ ਇਹ ਵੀ ਕਾਨੂੰਨੀ ਤੌਰ ਤੇ ਵੀ ਸੁਪਰੀਮ ਕੋਰਟ ਨੇ ਵੀ ਜਿਹੜੇ ਖਦਸ਼ੇ ਪ੍ਰਗਟ ਕੀਤੇ ਸੀ ਕਿਸਾਨਾਂ ਨੇ ਉੱਤੇ ਮੋਹਰ ਲਾ ਦਿੱਤੀ ਵੀ ਇਹ ਜਿਹੜੇ ਕਾਨੂੰਨ ਨੇ ਭਾਵੇਂ ਰੱਦ ਨਹੀਂ ਕਰ ਸਕਦਾ ਸੀ। ਸੁਪਰੀਮ ਕੋਰਟ ਦਾ ਅਧਿਕਾਰ ਹੀ ਨਹੀਂ। ਸਭ ਤੋਂ ਵੱਡਾ ਅਧਿਕਾਰ ਇਹ ਸੀ ਸਟੇ ਲਾ ਸਕਦੇ। ਉਹ ਅਧਿਕਾਰ ਵਰਤ ਕੇ ਸਟੇ ਕਰਤੀ। ਤੇ ਇਹਦਾ ਮਤਲਬ ਇਹ ਹੈ ਵੀ ਕਿਸਾਨ ਜਥੇਬੰਦੀਆਂ ਨੇ ਜਿਹੜੇ ਸ਼ੰਕੇ ਜ਼ਾਹਰ ਕੀਤੇ ਸੀ ਉਹਦੇ ਤੇ ਸਟੈਂਪ ਲਾ ਦਿੱਤੀ ਸੁਪਰੀਮ ਕੋਰਟ ਨੇ ਔਰ ਕਹਿ ਦਿੱਤਾ ਵੀ ਇਹਨੂੰ ਸਟੇ ਕਰੋ ਜਿੰਨਾ ਚਿਰ ਇਹਦੇ ਤੇ ਚਰਚਾ ਨਹੀਂ ਹੁੰਦੀ। ਇੱਕ ਗੱਲ ਮੈਂ ਹੋਰ ਸਮਝਣਾ ਚਾਹੁੰਦਾ, ਅੱਜ ਜਿਹੜੀਆਂ 36 ਕਿਸਾਨ ਜਥੇਬੰਦੀਆਂ ਉਹਨਾਂ ਦੇ ਵਕੀਲ ਕਿਉਂ ਨਹੀਂ ਪੇਸ਼ ਹੋਏ? ਤੁਹਾਨੂੰ ਇਹਦੇ ਪਿੱਛੇ ਨਜ਼ਰ ਕੀ ਆਉਂਦਾ? ਕਿ ਟੈਕਨੀਕਲੀ ਕੁਝ ਰੀਜ਼ਨ ਹੋ ਸਕਦਾ ਕਿ ਅਸੀਂ ਇਹ ਕਹਿ ਸਕਦੇ ਹਾਂ ਸਾਨੂੰ ਤੇ ਇਸ ਫੈਸਲੇ ਬਾਰੇ ਪਤਾ ਨਹੀਂ, ਇਹ ਇੱਕ ਰੀਜ਼ਨ ਹੋ ਸਕਦਾ? ਹਰਪ੍ਰੀਤ ਜੀ, ਕਮਾਲ ਦੀ ਗੱਲ ਹੈ। ਕਿਸਾਨ ਜਥੇਬੰਦੀਆਂ ਉੱਪਰ ਜਿੰਨੇ ਵੱਧ ਤੋਂ ਵੱਧ ਲੀਡਰਾਂ ਤੇ ਖਾਸ ਕਰਕੇ ਦੋਸ਼ ਲੱਗੇ ਨੇ, ਫਲਾਣਾ ਨਾਂ ਲੈ ਕੇ ਕਿਹਾ ਮਾਓਵਾਦੀ ਆ, ਫਲਾਣਾ ਕਾਮਰੇਡ, ਫਲਾਣਾ ਉਹ ਹੈ। ਪਰ ਮੈਂ ਸਮਝਦਾ ਵੀ ਕਿਸਾਨ ਲੀਡਰਾਂ ਨੂੰ ਸ਼ਾਇਦ ਲੋਕਾਂ ਨੇ ਸਿਆਣਾ ਕਰ ਦਿੱਤਾ ਹੈ। ਕਿਉਂਕਿ ਜਦੋਂ ਸ਼ੰਭੂ ਬਾਰਡਰ ਤੋਂ ਤੁਰੇ ਹੀ ਕਈ ਤਰ੍ਹਾਂ ਦੇ ਸ਼ੰਕੇ ਸੀ, ਪਰ ਸਿੰਘੂ ਬਾਰਡਰ ਤੇ ਜਾ ਕੇ ਕਿਸਾਨ ਜਥੇਬੰਦੀਆਂ ਮੈਨੂੰ ਲੱਗਦਾ ਲੀਡਰਸ਼ਿਪ ਪਰਪੱਕ ਹੋ ਗਈ। ਸ਼ਾਇਦ ਉਹਨਾਂ ਨੇ ਲੋਕਾਂ
ਲੋਕਾਂ ਦੇ ਰੋਹ ਨੂੰ ਤੇ ਲੋਕਾਂ ਦਾ ਜਿਹੜਾ ਸਮਰਥਨ ਮਿਲਿਆ ਉਹਨੂੰ ਦੇਖ ਕੇ ਆਪਣੇ ਆਪ ਨੂੰ ਸ਼ਾਇਦ ਕਿਸਾਨਾਂ ਨੂੰ ਸਮਰਪਿਤ ਕਰ ਦਿੱਤਾ। ਪਹਿਲੀ ਗੱਲ ਤੇ ਕੱਲ ਰਾਤ ਉਹਨਾਂ ਨੇ ਫੈਸਲਾ ਕੀਤਾ ਅਸੀਂ ਉਸ ਕਮੇਟੀ ਦਾ ਹਿੱਸਾ ਨਹੀਂ ਬਣਾਂਗੇ। ਉਹਦਾ ਤਰਕ ਇਹ ਦੱਸਿਆ ਗਿਆ ਵੀ ਜਿਹੜੀ ਕਮੇਟੀ ਵਿੱਚ ਉਹੀ ਤੋਮਰ ਸਾਹਿਬ ਦੇ ਬੰਦੇ ਹੋਣਗੇ, ਉਹੀ ਪਿਊਸ਼ ਸਾਹਿਬ ਦੇ ਬੰਦੇ ਹੋਣਗੇ, ਮੋਦੀ ਸਰਕਾਰ ਦੇ ਬੰਦੇ ਹੋਣਗੇ, ਜਿਨ੍ਹਾਂ ਨੇ 6 ਮਹੀਨਿਆਂ ਤੋਂ ਕਈ ਗੱਲਾਂ ਮੀਟਿੰਗਾਂ ਕਰਕੇ ਕੁਝ ਪੱਲੇ ਨਹੀਂ ਪਾਇਆ। ਕਿਵੇਂ ਬਣ ਹੀ ਨਹੀਂ ਸਕੀ, ਦੁਬਾਰਾ ਇੱਕ ਮਤ ਬਣਨ ਦੇ ਚਾਂਸਸ ਕਿੱਥੋਂ ਪੈਦਾ ਹੋ ਜਾਣਗੇ? ਕਿਵੇਂ ਮੰਨਣਗੇ? ਦੂਸਰੀ ਗੱਲ ਦੇਖੋ, ਫਿਰ ਇਹ ਨੁਕਤਾ ਵਿਚਾਰਨ ਵਾਲਾ ਹੈ। ਸੁਪਰੀਮ ਕੋਰਟ 'ਚ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨਹੀਂ ਗਈਆਂ। ਇਹਦਾ ਮਤਲਬ ਜੋ ਅੱਜ ਫੈਸਲਾ ਸੁਪਰੀਮ ਕੋਰਟ ਨੇ ਕੀਤਾ ਹੈ, ਕਿਸਾਨ ਜਥੇਬੰਦੀਆਂ ਕਹਿ ਸਕਦੀਆਂ ਵੀ ਅਸੀਂ ਤੇ ਢੇਰੀ ਨਹੀਂ ਸੀ, ਸਾਨੂੰ ਸੁਣਨ ਤੋਂ ਬਿਨਾਂ ਕੀਤਾ। ਅੱਜ ਵੀ ਜੇ ਨਹੀਂ ਗਏ, ਜਿਹੜੀ ਕਿਸਾਨ ਜਥੇਬੰਦੀ ਗਈ ਆ ਉਹਦੇ ਬਾਰੇ ਤੁਹਾਨੂੰ ਕੁਝ ਪਤਾ ਵੀ ਉਹ ਕਿਹੜੀ ਕਿਸਾਨ ਜਥੇਬੰਦੀ ਹੈ? ਕਿਉਂਕਿ ਐਡਾ ਵੱਡਾ ਦਾਅਵਾ ਕਰਨਾ, ਉਸ ਕਿਸਾਨ ਜਥੇਬੰਦੀ ਦੇ ਵਕੀਲ ਨੇ ਔਨ ਰਿਕਾਰਡ ਇਹ ਕਹਿ ਦਿੱਤਾ ਕਿ ਅਸੀਂ ਬੀਬੀਆਂ ਨੂੰ, ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਵਾਪਸ ਭੇਜ ਦਾਂਗੇ। ਇਹਦਾ ਕਿੰਨਾ ਕੁ ਅਸਰ ਪਏਗਾ, ਜਾਂ ਉਹ ਕਿਹੜੀ ਧਿਰ ਹੈਗੀ ਹੈ ਕਿ ਉਹ ਰਿਪਰੈਜ਼ੈਂਟ ਸਾਰੇ ਕਿਸਾਨਾਂ ਨੂੰ ਕਰ ਰਹੀ ਹੈ? ਬੜਾ ਸਪਸ਼ਟ ਹੈ। ਜਿਹੜੀਆਂ ਜਥੇਬੰਦੀਆਂ ਸੰਘਰਸ਼ਕਾਰੀਆਂ ਨੇ ਉਹ ਕਹਿੰਦੇ ਅਸੀਂ ਤੇ ਰੇਟੀ ਨਹੀਂ ਕੀਤੀ, ਅਸੀਂ ਉਹ ਕਮੇਟੀ ਦਾ ਹਿੱਸਾ ਨਹੀਂ ਬਣਨਾ, ਔਰ ਉਹਨਾਂ ਦੇ ਵਕੀਲ ਜਿਹੜੇ ਨੇ ਉਹ ਅੱਜ ਗਏ ਨਹੀਂ ਗਏ ਕੋਰਟ 'ਚ। ਇਹਦਾ ਮਤਲਬ ਇਹ ਹੈ ਵੀ ਉਹ ਗੈਰ ਸੰਘਰਸ਼ਸ਼ੀਲ ਜਥੇਬੰਦੀ, ਉਹਦੇ ਬਾਰੇ ਬਹੁਤਾ ਕੁਝ ਕਹਿਣਾ ਹਾਲੇ ਸੰਭਵ ਨਹੀਂਗਾ। ਪਰ ਇੱਕ ਗੱਲ ਸਾਫ਼ ਹੈ ਵੀ ਜਿਹੜੇ ਲੋਕ ਸੰਘਰਸ਼ ਕਰ ਰਹੇ ਨੇ ਉਹਨਾਂ ਵਿੱਚੋਂ ਜਥੇਬੰਦੀ ਸ਼ਾਇਦ ਨਹੀਂ ਹੈਗੀ। ਸੋ ਤੁਸੀਂ ਗੱਲ ਕਹੀ ਵੀ ਕਿਉਂ ਨਹੀਂ ਗਏ ਵਕੀਲ, ਜੋ ਦੇਖੋ ਇਹਦੇ ਬਾਰੇ ਤੇ ਬਹੁਤਾ ਟਿੱਪਣੀ ਨਹੀਂ ਕੀਤੀ ਜਾ ਸਕਦੀ। ਪਰ ਲੱਗਦਾ ਇਹ ਹੈ ਵੀ ਟੈਕਨੀਕਲੀ ਕਿਸਾਨ ਜਥੇਬੰਦੀਆਂ ਨੂੰ ਇਹ ਹੈ ਵੀ ਜੋ ਅੱਜ ਡਿਸੀਜਨ ਆਏਗਾ ਅਸੀਂ ਉਹਦੇ ਭਾਗੀਦਾਰ ਕਿਉਂ ਬਣੀਏ, ਉਹਦੀ ਧਿਰ ਕਿਉਂ ਬਣੀਏ। ਅਸੀਂ ਕਹਾਂਗੇ ਸਾਨੂੰ ਤਾਂ ਸੁਣਿਆ ਹੀ ਨਹੀਂ। ਸੋ ਮੈਨੂੰ ਲੱਗਦਾ ਇੱਕ ਕਾਨੂੰਨੀ ਰਣਨੀਤੀ ਤਹਿਤ ਅੱਜ ਇਹ ਜਥੇਬੰਦੀਆਂ ਦੇ ਜਿਹੜੇ ਵਕੀਲ ਸ਼ਾਮਲ ਨਹੀਂ ਹੋਏ। ਹੁਣ ਤੁਹਾਨੂੰ ਕੀ ਲੱਗਦਾ ਹੈ ਜਿਹੜੇ ਤਿੰਨੇ ਕਾਨੂੰਨਾਂ ਤੇ ਰੋਕ ਲੱਗ ਗਈ ਹੈ, ਹੁਣ ਇਸ ਤੋਂ ਫਰਦਰ ਸਟੈਪ ਕੀ ਹੋਏਗਾ? ਜਿਹੜੀ 15 ਤਰੀਕ ਦੀ ਇੱਕ ਮੀਟਿੰਗ ਤੈਅ ਕੀਤੀ ਗਈ ਸੀ ਉਹ ਮੀਟਿੰਗ ਹੋ ਪਾਏਗੀ? ਹੁਣ ਸਰਕਾਰ ਦੇ ਕੋਲ ਤੁਹਾਨੂੰ ਲੱਗਦਾ ਨਹੀਂ ਹੈ ਕਿ ਇੱਕ ਬੜੀ ਵੱਡੀ ਗੱਲ ਆ ਗਈ ਕਿ ਦੇਖੋ ਜੀ ਹੁਣ ਤਾਂ ਮਸਲਾ ਸੁਪਰੀਮ ਕੋਰਟ 'ਚ ਚਲਾ ਗਿਆ, ਸੁਪਰੀਮ ਕੋਰਟ ਨੇ ਕਮੇਟੀ ਬਣਾ ਦਿੱਤੀ ਹੈ, ਜਦ ਤੱਕ ਕੋਈ ਫੈਸਲਾ ਨਹੀਂ ਹੁੰਦਾ ਤਦ ਤੱਕ ਅਸੀਂ ਕੋਈ ਗੱਲ ਕਹਿ ਨਹੀਂ ਸਕਦੇ, ਅਸੀਂ ਕਾਨੂੰਨ ਵਾਪਸ ਲੈ ਨਹੀਂ ਸਕਦੇ, ਅਸੀਂ ਕਾਨੂੰਨ 'ਚ ਤਰਮੀਮ ਨਹੀਂ ਕਰ ਸਕਦੇ। ਯਾਨੀ ਕਿ ਸਰਕਾਰ ਦੇ ਹੱਥ ਇੱਕ ਵੱਡੀ ਚੀਜ਼ ਲੱਗ ਗਈ ਹੈ ਇਹ ਕਹਿਣ ਦੇ ਲਈ ਕਿ ਦੇਖੋ ਮਾਮਲਾ ਸੁਪਰੀਮ ਕੋਰਟ 'ਚ ਹੈ, ਸਾਡੀ ਗੱਲਬਾਤ ਨਹੀਂ ਹੋ ਸਕਦੀ। ਦੇਖੋ ਮੈਂ ਨਹੀਂ ਮੰਨਦਾ ਇਹ। ਦੇਖੋ ਮੁੱਖ ਤੌਰ ਤੇ ਦੇਖੀਏ ਹਰਪ੍ਰੀਤ ਜੀ, ਅੱਜ ਸਾਰੇ ਲੋਕ ਸਿਆਣੇ ਨੇ, ਇਹ ਤੇ ਮੰਨਣਾ ਪਊਗਾ ਵੀ ਅੱਜ ਭਾਰਤ ਸਰਕਾਰ ਦੀ ਹਾਰ ਹੋਈ ਹੈ। ਕਿਸਾਨ ਅੰਦੋਲਨ ਨੂੰ ਬਹੁਤ ਵੱਡਾ ਬਲ ਮਿਲਿਆ, ਭਾਵੇਂ ਕਿਸਾਨ ਲੀਡਰ ਉਹਨੂੰ ਕਿਵੇਂ ਲੈਂਦੇ ਨੇ, ਉਹ ਆਪਣੇ ਢੰਗ ਆਪਣੀ ਸ਼ਬਦਾਵਲੀ ਦੀ ਗੱਲ ਕਹਿਣਗੇ। ਦੇਖੋ ਭਾਰਤ ਸਰਕਾਰ ਕੋਲ ਦੋ ਤੱਥ ਸੀ ਅੱਜ ਸੁਪਰੀਮ ਕੋਰਟ 'ਚ। ਨੰਬਰ 1 ਜਿਹੜੇ ਉਹ ਕਹਿ ਰਹੇ ਨੇ ਵੀ ਇਹ ਜਿਹੜੇ ਕਾਨੂੰਨ ਨੇ ਇਹਨਾਂ ਨਾਲ ਵੱਧ ਕਿਸਾਨ ਜਥੇਬੰਦੀਆਂ ਦਾ ਸਮਰਥਨ ਹੈ, ਉਹਦੇ ਬਾਰੇ ਕੋਈ ਇਹ ਤਰਕ ਨਹੀਂ ਦੇ ਸਕੇ। ਔਰ ਦੂਸਰੀ ਗੱਲ ਆਪ ਹੀ ਕੰਟਰਾਡਿਕਟ ਕਰ ਰਹੇ ਨੇ, ਜੇ ਸਮਰਥਨ ਸੀ ਇਹ ਜਿਹੜੀਆਂ ਕੁਝ ਜਥੇਬੰਦੀਆਂ ਕਹਿੰਦੇ ਕੁਝ ਜਥੇਬੰਦੀਆਂ, ਤੇ ਫਿਰ ਕੁਝ ਜਥੇਬੰਦੀਆਂ ਦੇ ਕਹਿਣ ਤੇ ਤੁਸੀਂ ਇੰਨੀਆਂ ਤਰਮੀਮਾਂ ਕਰਨ ਦੀ ਕਿਉਂ ਗੱਲ ਮੰਨੀ? ਇਹਦਾ ਮਤਲਬ ਉਹਨਾਂ ਨੂੰ ਕਿਉਂ ਨਹੀਂ ਵਿੱਚ ਲਿਆ? ਦੂਸਰਾ ਅੱਜ ਬਹੁਤ ਵੱਡਾ ਜਿਹੜਾ ਮੈਂ ਕਹਿੰਦਾ ਭਾਰਤ ਸਰਕਾਰ ਨੇ ਚੰਗਾ ਕੰਮ ਨਹੀਂ ਕੀਤਾ, ਇਹ ਤਰਕ ਲਿਆ ਵੀ ਖਾਲਿਸਤਾਨੀ ਜਿਹੜੇ ਨੇ ਇਸ ਅੰਦੋਲਨ 'ਚ ਆ ਗਏ ਨੇ, ਸਿੱਖ ਫਾਰ ਜਸਟਿਸ ਆ ਗਏ ਨੇ। ਇਹ ਵੀ ਹਰਪ੍ਰੀਤ ਜੀ ਕਿੰਨਾ ਵੱਡੀ ਕੰਟਰਾਡਿਕਸ਼ਨ ਹੈ, ਕਿਉਂਕਿ ਇੱਕ ਪਾਸੇ ਕਹਿ ਰਹੇ ਨੇ ਇਹਦੇ ਵਿੱਚ ਮਾਓਵਾਦੀ ਨੇ, ਇਹਦੇ ਵਿੱਚ ਕਾਮਰੇਡ ਨੇ, ਇਹਦੇ ਵਿੱਚ ਨਕਸਲਾਈਟ ਨੇ। ਸ਼ਾਇਦ ਭਾਰਤ ਸਰਕਾਰ ਨੂੰ ਨਹੀਂ ਪਤਾ, ਇਹਦੀਆਂ ਏਜੰਸੀਆਂ ਨੂੰ ਪਤਾ ਹੋਊਗਾ ਵੀ ਖਾਲਿਸਤਾਨੀਆਂ ਵਿੱਚ ਤੇ ਮਾਓਵਾਦੀਆਂ ਵਿੱਚ ਤੇ ਨਕਸਲਾਈਟਾਂ ਵਿੱਚ ਜ਼ਮੀਨ ਅਸਮਾਨ ਦਾ ਵਿਚਾਰਧਾਰਾ ਦਾ ਫਰਕ ਆ, ਫਿਰ ਕਿਵੇਂ ਇਕੱਠੇ ਹੋ ਸਕਦੇ ਨੇ? ਸੋ ਤਰਕ ਕੋਈ ਨਹੀਂ ਹੁਣ ਭਾਰਤ ਸਰਕਾਰ ਕੋਲ। ਜਿਹੜੀ ਤੁਸੀਂ ਦੇਖੋ ਸਿੱਟਾ ਕੋਈ ਵੀ ਨਿਕਲੇ, ਪਰ ਮੋਰਲੀ ਜਿਹੜੀ ਗੱਲ ਆ, ਜਿਹੜੀ ਉਸ ਨੈਤਿਕਤਾ ਦੇ ਆਧਾਰ ਤੇ ਅੱਜ ਕਿਸਾਨਾਂ ਦੇ ਅੰਦੋਲਨ ਦੀ ਜਿੱਤ ਹੋਈ ਹੈ, ਭਾਰਤ ਸਰਕਾਰ ਦੀ ਹਾਰ ਹੋਈ ਹੈ। ਜਿੱਥੋਂ ਦੇ ਦੇਖੋ ਕਈ ਤਰ੍ਹਾਂ ਦੇ ਸ਼ੰਕੇ ਨੇ, ਜੁਡੀਸ਼ਰੀ ਤੇ ਵੀ ਆਉਂਦੇ ਨੇ ਵੀ ਕਿਤੇ ਭਰਮ ਭੁਲੇਖੇ 'ਚ ਕਿਤੇ ਸੰਘਰਸ਼ ਨੂੰ ਤੋੜਨ ਲਈ ਨਾ ਕੀਤਾ ਹੋਵੇ। ਮੈਂ ਕਹਿੰਦਾ ਜੇ ਤੋੜਨ ਲਈ ਵੀ ਕੀਤਾ ਹੋਵੇ ਤੇ ਇਹਦਾ ਮਤਲਬ ਭਾਰਤ ਸਰਕਾਰ ਕੋਲ ਹੋਰ ਕੋਈ ਹਥਿਆਰ ਹੀ ਨਹੀਂ ਸੀ। ਸੋ ਇਸ ਕਰਕੇ ਕੁੱਲ ਮਿਲਾ ਕੇ ਜਿਹੜੀ ਗੱਲ ਤਰਲੋਚਨ ਸਿੰਘ ਹੋਰਾਂ ਨੇ ਕਹੀ ਹੈ ਕਿ ਅੱਜ ਅਦਾਲਤ ਦੇ ਵਿੱਚ ਇਹ ਵੀ ਚਰਚਾ ਹੋਈ ਹੈ, ਇਹ ਵੀ ਕਿਹਾ ਗਿਆ ਕਿ ਸਿੱਖ ਫਾਰ ਜਸਟਿਸ ਹੈ ਜਿਹੜਾ ਸੰਗਠਨ ਹੈ, ਖਾਲਿਸਤਾਨੀ ਸੰਗਠਨ ਹੈ, ਉਹ ਆਪਣਾ ਰੋਲ ਨਿਭਾ ਰਿਹਾ, ਉਹ ਫੰਡਿੰਗ ਕਰ ਰਿਹਾ। ਅਦਾਲਤ ਨੇ ਉਸ ਤੇ ਕੋਈ ਟਿੱਪਣੀ ਨਹੀਂ ਕੀਤੀ। ਅਦਾਲਤ ਨੇ ਇਹ ਕਿਹਾ ਕਿ ਇਹ ਜਿਹੜਾ ਅਧਿਕਾਰ ਖੇਤਰ ਹੈਗਾ ਪੁਲਿਸ ਦਾ ਹੈਗਾ, ਇਹ ਪੁਲਿਸ ਦੇਖੇ ਕੀ ਕਰਨਾ ਕੀ ਨਹੀਂ ਕਰਨਾ। ਪਰ ਵੱਡਾ ਸਵਾਲ ਜ਼ਰੂਰ ਖੜਾ ਹੁੰਦਾ ਹੈ, ਇਹ ਕਹਿਣ ਤੋਂ ਪਹਿਲਾਂ ਘੱਟੋ ਘੱਟ ਸੋਚ ਲੈਣਾ ਚਾਹੀਦਾ ਸੀਗਾ ਸਰਕਾਰ ਦੇ ਨੁਮਾਇੰਦਿਆਂ ਨੂੰ, ਵਕੀਲਾਂ ਨੂੰ, ਕਿ ਤੁਸੀਂ ਵਾਰ-ਵਾਰ ਫਿਰ ਮੀਟਿੰਗਾਂ ਕਿਹਦੇ ਨਾਲ ਕਰ ਰਹੇ ਹੋ? ਸਿੱਖ ਫਾਰ ਜਸਟਿਸ ਦੇ ਨੁਮਾਇੰਦਿਆਂ ਨਾਲ ਕਰ ਰਹੇ ਹੋ? ਫਿਰ ਤੁਹਾਡੀ ਇੰਟੈਲੀਜੈਂਸ ਕਿੱਥੇ ਹੈ? ਤੁਸੀਂ ਗ੍ਰਿਫਤਾਰ ਕਰੋ ਜੇ ਤੁਹਾਨੂੰ ਕੋਈ ਨਜ਼ਰ ਆਉਂਦਾ ਹੈ ਜਿਹਾ, ਫਿਰ ਤੁਸੀਂ ਤਮਾਸ਼ਾ ਕਿਉਂ ਦੇਖ ਰਹੇ ਹੋ? ਜੇ ਤੁਹਾਨੂੰ ਲੱਗਦਾ ਹੈ ਕਿ ਉੱਥੇ ਕੋਈ ਖਾਲਿਸਤਾਨੀ ਮੂਵਮੈਂਟ ਸ਼ੁਰੂ ਹੋ ਰਹੀ ਹੈ, ਦੇਸ਼ ਨੂੰ ਤੋੜਨ ਦੀ ਕੋਈ ਮੂਵਮੈਂਟ ਸ਼ੁਰੂ ਹੋ ਰਹੀ ਹੈ, ਤਾਂ ਤੁਸੀਂ ਗ੍ਰਿਫਤਾਰ ਕਿਉਂ ਨਹੀਂ ਕਰਦੇ? ਇਹ ਇੱਕ ਵੱਡਾ ਸਵਾਲੀਆ ਨਿਸ਼ਾਨ ਜ਼ਰੂਰ ਹੈ। ਹੁਣ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਹੈ
ਜਿਹੜਾ ਸੰਘਰਸ਼ ਹੁਣ ਚੱਲ ਰਿਹਾ, ਇਸ ਸੰਘਰਸ਼ ਤੇ ਇਸ ਫੈਸਲੇ ਦਾ ਕਿੰਨਾ ਕੁ ਅਸਰ ਪਏਗਾ, ਪ੍ਰਭਾਵ ਕੀ ਪਏਗਾ? ਕਿਸਾਨ ਜਥੇਬੰਦੀਆਂ ਦੀ ਮੀਟਿੰਗ ਜਾਰੀ ਹੈ, ਕੁਝ ਹੀ ਸਮੇਂ ਬਾਅਦ ਉਹ ਆਪਣਾ ਐਲਾਨ ਕਰਨਗੀਆਂ, ਆਪਣੀ ਅਗਲੀ ਰਣਨੀਤੀ ਘੜਨਗੀਆਂ ਕਿ ਹੁਣ ਅਸੀਂ ਅਗਲੀ ਰਣਨੀਤੀ ਕੀ ਲੈ ਕੇ ਆਏ ਹਾਂ। ਜਿਹੜੇ ਮੈਂਬਰ ਬਣਾਏ ਗਏ ਨੇ ਕਿ ਉਹ ਉਸ ਕਮੇਟੀ ਦੇ ਵਿੱਚ ਸ਼ਾਮਲ ਹੋਣਗੇ ਕਿ ਨਹੀਂ ਹੋਣਗੇ, ਕਿਉਂਕਿ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਵੀ ਅਸੀਂ ਉਸ ਕਮੇਟੀ ਦਾ ਹਿੱਸਾ ਨਹੀਂ ਬਣਨਾ। ਸਾਨੂੰ ਪਤਾ ਹੈ ਕਿ ਕਮੇਟੀਆਂ ਦੇ ਵਿੱਚ ਪਹਿਲਾਂ ਜਿਹੜੀਆਂ ਚਰਚਾਵਾਂ ਹੁੰਦੀਆਂ ਰਹੀਆਂ ਨੇ ਤੇ ਹੁਣ ਜੋ ਚਰਚਾ ਹੋ ਰਹੀ ਹੈ ਉਹਦੇ ਵਿੱਚੋਂ ਕੋਈ ਖਾਸ ਨਿਕਲ ਕੇ ਸਾਹਮਣੇ ਨਹੀਂ ਆਣਾ। ਪਰ ਅਜਿਹੇ ਦੇ ਵਿੱਚ ਪੂਰੇ ਮੁਲਕ ਦੀਆਂ ਜਿੱਥੇ ਨਜ਼ਰਾਂ ਲੱਗੀਆਂ ਹੋਈਆਂ ਸੀਗੀਆਂ ਕਿ ਕੀ ਬਣੇਗਾ ਕੀ ਨਹੀਂ ਬਣੇਗਾ, ਅਜਿਹੇ ਦੇ ਵਿੱਚ ਸੁਪਰੀਮ ਕੋਰਟ ਨੇ ਜਿਹੜੀ ਰੋਕ ਲਗਾਈ ਹੈ ਉਸ ਨੂੰ ਇਹ ਵੀ ਕਿਹਾ ਗਿਆ ਅਦਾਲਤ ਵਿੱਚ। ਇੱਕ ਹੋਰ ਤੁਹਾਨੂੰ ਦੱਸ ਦਈਏ ਕਿ ਦਿਲਚਸਪ ਗੱਲ ਜਿਹੜੀ ਹੋਈ ਹੈ, ਉਸ ਦਿਲਚਸਪ ਗੱਲ ਦੇ ਵਿੱਚ ਜਿਹੜਾ ਐਡਵੋਕੇਟ ਜਨਰਲ ਨੇ ਕਿਹਾ ਕਿ ਸੁਪਰੀਮ ਕੋਰਟ ਇਹ ਕੋਰਟ ਕਰੇ ਕਿ ਇਹ ਕਿਸੇ ਦੀ ਜਿੱਤ ਜਾਂ ਕਿਸੇ ਦੀ ਹਾਰ ਨਹੀਂ ਹੈ, ਇਹ ਸਿਰਫ ਇੱਕ ਕਾਨੂੰਨੀ ਦਾ ਪੇਚ ਹੈਗਾ, ਹੋਰ ਕੁਝ ਨਹੀਂ ਹੈ। ਤਾਂ ਅਦਾਲਤ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਕੋਰਟ ਨਹੀਂ ਕਰ ਸਕਦੇ ਕਿ ਇਹ ਕਿਸੇ ਦੀ ਜਿੱਤ ਹੈ ਕਿਸੇ ਦੀ ਹਾਰ ਹੈ। ਇਹ ਜਿਹੜੀਆਂ ਧਿਰਾਂ ਉਹ ਆਪਣੇ ਆਪ ਨੂੰ ਦੇਖਣ ਕਿ ਇਹ ਫੈਸਲਾ ਉਹਨਾਂ ਨੂੰ ਕਿੱਥੇ ਟੁਕਦਾ ਹੈ ਕਿੱਥੇ ਖੜਦਾ। ਨਾਲ ਹੀ ਸੁਪਰੀਮ ਕੋਰਟ ਨੇ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਹਦਾ ਹਿੱਸਾ ਬਣਨ, ਜਿਹੜੀ ਪ੍ਰਕਿਰਿਆ ਬਣ ਰਹੀ ਆ। ਨਾਲ ਹੀ ਕਿਸਾਨ ਜਥੇਬੰਦੀਆਂ ਨੇ ਇਹ ਵੀ ਕਿਹਾ ਕਿ ਜੇ ਤੁਸੀਂ ਸਿਰਫ ਸੰਘਰਸ਼ ਹੀ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ, 6 ਮਹੀਨੇ ਸਾਲ 2 ਸਾਲ ਕਰਨਾ ਤਾਂ ਕਰੀ ਜਾਓ, ਪਰ ਅਸੀਂ ਮਸਲੇ ਦਾ ਹੱਲ ਚਾਹੁੰਦੇ ਆ। ਮਸਲੇ ਦਾ ਹੱਲ ਇਸੇ ਤਰੀਕੇ ਨਾਲ ਨਿਕਲੇਗਾ, ਇੱਕ ਕਮੇਟੀ ਫਾਊਂਡ ਕੀਤੀ ਜਾਵੇ ਔਰ ਕਮੇਟੀ ਦੀ ਰਿਪੋਰਟ ਦਿੱਤੀ ਜਾਵੇ। ਤਰਲੋਚਨ ਜੀ, ਇੱਕ ਸਵਾਲ ਮੈਂ ਤੁਹਾਡੇ ਤੋਂ ਹੋਰ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਇਸ ਕਮੇਟੀ ਤੋਂ ਕਿੰਨੀ ਕੁ ਆਸ ਹੈ? ਮੈਨੂੰ ਇਹ ਲੱਗਦਾ ਕਿ ਜਦੋਂ ਕਮੇਟੀ ਬਣਾਈ ਗਈ ਹੈ, ਜੇ ਤਾਂ ਕਿਸਾਨਾਂ ਦੇ ਖਿਲਾਫ ਕੋਈ ਗੱਲ ਕਰਦੀ ਹੈ ਤਾਂ ਕਿਸਾਨ ਕਹਿਣਗੇ ਅਸੀਂ ਕਮੇਟੀ ਨਹੀਂ ਮੰਨਦੇ, ਜੇ ਉਹ ਸਰਕਾਰ ਦੇ ਹਿੱਤ ਦੀ ਗੱਲ ਨਹੀਂ ਕਰਦੀ ਤਾਂ ਸਰਕਾਰ ਵੀ ਅਗਲਾ ਸਟੈਪ ਕੋਈ ਚੁੱਕੇਗੀ ਕਿ ਅਸੀਂ ਕਮੇਟੀ ਦੀ ਗੱਲ ਨਹੀਂ ਮੰਨਦੇ। ਤੁਹਾਨੂੰ ਲੱਗਦਾ ਹੈ ਕਿ ਕਮੇਟੀ ਬਣਨ ਦੇ ਨਾਲ ਇਸ ਮਸਲੇ ਦਾ ਹੱਲ ਨਿਕਲ ਜਾਏਗਾ? ਬਹੁਤ ਵੱਡੇ ਹਰਪ੍ਰੀਤ ਜੀ ਸ਼ੰਕੇ ਜਿਵੇਂ ਆਪਾਂ ਜਿਹੜੇ ਇਹ 'ਚ ਸ਼ਾਮਲ ਕੀਤੇ ਨੇ, ਜੋ ਮੁੱਢਲੇ ਵੀ ਦੱਸ ਦਿਓ ਕੌਣ ਮਿਲੀ ਹੈ। ਇੱਕ ਅਰਥ ਸ਼ਾਸਤਰੀ ਨੇ ਅਸ਼ੋਕ ਗੁਲਾਟੀ, BKU ਦੇ ਪ੍ਰਧਾਨ ਜਤਿੰਦਰ ਸਿੰਘ ਮਾਨ ਦੱਸੇ ਜਾ ਰਹੇ ਨੇ, ਇੱਕ ਕੌਮਾਂਤਰੀ ਮਾਰ ਦੇ ਪ੍ਰਮੋਦ ਕੁਮਾਰ ਜੋਸ਼ੀ ਤੇ ਇਸੇ ਤਰ੍ਹਾਂ ਅਨਿਲ ਧਨਵੰਤ। ਪਹਿਲੀ ਗੱਲ ਤੇ ਇਹ ਵੀ ਜੇ ਕਿਸਾਨ ਜਥੇਬੰਦੀਆਂ ਮੰਨ ਲਈਏ ਇਹ ਅਨਾਉਂਸ ਕਰਨਗੀਆਂ ਵੀ ਕਿਸੇ ਕਮੇਟੀ ਵਿੱਚ ਸ਼ਾਮਲ ਹੋਣਾ ਚਾਹੁੰਦੀਆਂ ਨੇ ਤੇ ਫਿਰ ਉਹ ਮੈਂਬਰ ਕਿਹੜੇ ਹੋਣਗੇ। ਪਹਿਲੀ ਗੱਲ ਤੇ ਵੀ ਮੈਂਬਰਾਂ ਤੇ ਵੀ ਕੰਟਰਾਡਿਕਸ਼ਨ ਹੋ ਸਕਦੀ ਹੈ, ਕਿਉਂਕਿ ਕੁਝ ਗੱਲਾਂ ਸਾਹਮਣੇ ਜਿਹੜੀਆਂ ਆ ਰਹੀਆਂ ਨੇ ਵੀ ਜੇ ਮੈਂਬਰ ਹੀ ਸਰਕਾਰ ਦੇ ਪੱਖੀ ਹੋਏ ਤੇ ਜੇ 10 ਮੈਂਬਰ ਹੋਏ, ਉਹਨਾਂ 'ਚ 3 ਕਿਸਾਨ ਹੋਏ 7 ਦੂਜੇ, ਤੇ ਜੋ ਮਰਜ਼ੀ ਕਰੀ ਜਾਣ ਫਿਰ ਤੇ ਉਹਨਾਂ ਦੇ ਹੱਕ 'ਚ ਹੋਊਗਾ। ਸੋ ਕਮੇਟੀ ਤੇ ਬਹੁਤ ਵੱਡੇ ਸ਼ੰਕੇ ਵਾਲੀ ਗੱਲ ਆ। ਪਰ ਜਿਹੜੀ ਵੱਡੀ ਗੱਲ ਇਹ ਹੈ ਵੀ ਜਿਹੜੀ ਸਟੇ ਕੀਤੀ ਹੈ ਉਹਦੇ ਨਾਲ ਇੱਕਦਮ ਰਿਲੀਫ ਮਿਲ ਗਈ। ਇੱਕ ਬੜੀ ਵੱਡੀ ਚਰਚਾ ਸੀ ਵੀ ਇਹ ਤੇ ਲਾਗੂ ਹੋ ਹੀ ਗਏ, ਜੇ ਹੁਣ ਕੀ ਕਰ ਲੋਗੇ ਤੁਸੀਂ, ਕਿਵੇਂ ਕਰੋਗੇ? ਸਟੇ ਨੂੰ ਤੋੜਨਾ ਵੀ ਹਰਪ੍ਰੀਤ ਜੀ ਬਹੁਤ ਵੱਡੀ ਗੱਲ ਹੋਊਗੀ। ਭਾਵੇਂ ਸੁਪਰੀਮ ਕੋਰਟ ਨੇ ਕਿਹਾ ਵੀ ਅਣਮਿੱਥੇ ਸਮੇਂ ਲਈ ਮੈਂ ਸਟੇ ਨਹੀਂ ਲਾਈ, ਹੋਲਡ ਨਹੀਂ ਕੀਤਾ, ਵੀ ਇਹ ਸਾਰੀ ਉਮਰ ਹੀ ਸਟੇ ਰਹੇਗੀ, ਪਰ ਉਹਨੂੰ ਤੋੜਨ ਲਈ ਕਮੇਟੀ ਕੀ ਕਰੇਗੀ, ਅੰਦੋਲਨ ਕਿੱਧਰ ਜਾਊਗਾ? ਮੈਨੂੰ ਲੱਗਦਾ ਹੈ ਜੋ ਕਿਸਾਨ ਜਥੇਬੰਦੀਆਂ ਨੇ ਅਨਾਉਂਸ ਕਰਨਗੀਆਂ, ਅੰਦੋਲਨ ਦੀ ਇੱਕ ਰੂਪ ਰੇਖਾ ਜਿਹੜੀ ਹੈ ਇਹ ਲਗਾਤਾਰ ਚੱਲਦੀ ਰਹੇਗੀ। ਇਹ ਨਹੀਂ ਵੀ ਅੱਜ ਹੁਣ ਅਨਾਉਂਸ ਹੋ ਗਿਆ ਤੇ ਉਹ ਸਿੰਘੂ ਬਾਰਡਰ ਤੋਂ ਜਿੱਤ ਕੇ ਕਹਿਣਗੇ ਅਸੀਂ ਵਾਪਸ ਆ ਗਏ। ਸੋ ਅੰਦੋਲਨ ਨਾਲ ਬੜੀ ਗੱਲ ਜੁੜਦੀ। ਦੂਸਰੀ ਗੱਲ, ਕਿਸਾਨਾਂ ਦੀ ਰਣਨੀਤੀ ਜਿਹੜੀ ਜਥੇਬੰਦੀ ਦੀ ਹੈ ਉਹ ਦੇਖਣ ਵਾਲੀ ਹੋਊਗੀ ਵੀ ਹੁਣ ਕਿੱਦਾਂ ਦੀ ਉਹ ਐਲਾਨ ਕਰਦੇ ਨੇ ਅਗਲਾ, ਕਿਉਂਕਿ ਅੰਦਰ ਖਾਤੇ ਕਈ ਗੱਲਾਂ ਹੁੰਦੀਆਂ। ਸੁਪਰੀਮ ਕੋਰਟ ਦਾ ਮਾਣ ਸਤਿਕਾਰ ਬਹੁਤ ਹੈ, ਹੋਣਾ ਵੀ ਚਾਹੀਦਾ ਹੈ, ਬਹਾਲ ਵੀ ਰੱਖਣਾ ਚਾਹੀਦਾ ਹੈ, ਪਰ ਦੂਜੇ ਪਾਸੇ ਕੁਝ ਸ਼ੰਕੇ ਪ੍ਰਗਟ ਕੀਤੇ ਜਾ ਰਹੇ ਨੇ। ਅਸੀਂ ਨਹੀਂ ਇਹ ਕਿਸਾਨ ਜਥੇਬੰਦੀਆਂ ਦੇ ਕੁਝ ਨੁਮਾਇੰਦੇ ਨੇ ਜਾਂ ਆਮ ਕਿਸਾਨ ਨੇ, ਉਹਨਾਂ ਦੇ ਸ਼ੰਕੇ ਨੇ ਕਿ ਹੋ ਸਕਦਾ ਹੈ ਕਿ ਸਰਕਾਰ ਵਾਇਆ ਸੁਪਰੀਮ ਕੋਰਟ ਆਵੇ ਇਸ ਸੰਘਰਸ਼ ਨੂੰ ਖਤਮ ਕਰਨ ਦੇ ਲਈ। ਉਹਨਾਂ ਦੇ ਕਹਿਣ ਦਾ ਭਾਵ ਇਹ ਸੀਗਾ ਕਿ ਹੋ ਸਕਦਾ ਕਿ ਹੁਣ ਹੋਲਡ ਕਰ ਲੈ ਕਾਨੂੰਨ। ਅਜਿਹੇ ਦੇ ਵਿੱਚ ਉਹ ਕਹਿਣ ਕਿ ਹੁਣ ਹੋਲਡ ਤਾਂ ਹੋ ਗਏ ਕਿ ਤੁਸੀਂ ਆਪਣਾ ਸੰਘਰਸ਼ ਖਤਮ ਕਰੋ। ਅਜਿਹੀ ਲਹਿਰ ਦੁਬਾਰਾ ਨਹੀਂ ਬਣ ਸਕਦੀ, ਇਹ ਕਿਸਾਨ ਜਥੇਬੰਦੀਆਂ ਨੂੰ ਵੀ ਪਤਾ। ਅਜਿਹਾ ਜੋਸ਼, ਅਜਿਹਾ ਜਨੂਨ ਦੁਬਾਰਾ ਇਕੱਠਾ ਕਰਨਾ, ਅਜਿਹਾ ਗਲੋਬਲੀ ਤੌਰ ਤੇ ਕੌਮਾਂਤਰੀ ਪੱਧਰ ਤੇ ਜਿੱਥੇ ਹੁਣ ਕਿਸਾਨਾਂ ਦੀ ਗੱਲ ਹੋ ਰਹੀ ਹੋਵੇ, ਕੀ ਦੁਬਾਰਾ ਅਜਿਹੀ ਗੱਲ ਬਣ ਸਕਦੀ ਹੈ? ਇਸ ਤੇ ਇੱਕ ਸਵਾਲੀਆ ਨਿਸ਼ਾਨ ਜ਼ਰੂਰ ਹੈਗਾ। ਇਸੇ ਕਰਕੇ ਕਿਸਾਨ ਜਥੇਬੰਦੀਆਂ ਬੜੀ ਸਿਆਣਪ ਦੇ ਨਾਲ, ਬੜੇ ਠਰਮੇ ਦੇ ਨਾਲ ਇਹ ਫੈਸਲਾ ਕਰ ਰਹੀਆਂ ਨੇ ਕਿ ਹੁਣ ਸਾਡੀ ਅਗਲੀ ਰਣਨੀਤੀ ਕੀ ਹੋਣੀ ਚਾਹੀਦੀ ਹੈ। ਕੀ ਸਾਨੂੰ ਸੁਪਰੀਮ ਕੋਰਟ ਤੇ ਜਿਹੜੀ ਕਮੇਟੀ ਬਣਾਈ ਹੈ ਉਹਦੇ ਵਿੱਚ ਦਾਖਲ ਹੋਣਾ ਚਾਹੀਦਾ, ਸ਼ਾਮਲ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ? ਕੀ ਇਸ ਫੈਸਲੇ ਨੂੰ ਆਪਣੀ ਜਿੱਤ ਮੰਨ ਕੇ ਸੰਘਰਸ਼ ਖਤਮ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ? ਔਰ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਕਮੇਟੀ ਦਾ ਫੈਸਲਾ ਸਵੀਕਾਰ ਹੋਏਗਾ ਦੋਵੇਂ ਧਿਰਾਂ ਨੂੰ, ਭਾਵੇਂ ਉਹ ਸਰਕਾਰ ਹੋਵੇ ਜਾਂ ਕਿਸਾਨ ਹੋਣ। ਇਹ ਇੱਕ ਵੱਡਾ ਸਵਾਲ ਜ਼ਰੂਰ ਖੜਾ ਹੁੰਦਾ। ਕਮੇਟੀ ਬਣਾਉਣ ਦਾ ਫਾਇਦਾ ਹੀ ਤਾਂ ਹੈ ਜੇ ਦੋਵੇਂ ਧਿਰਾਂ ਸਹਿਮਤ ਹੋਣ ਕਿ ਕਮੇਟੀ ਦਾ ਜੋ ਵੀ ਫੈਸਲਾ ਆਏਗਾ ਉਹ ਸਾਨੂੰ ਮਨਜ਼ੂਰ ਹੋਏਗਾ। ਸੋ तमाम ਅਪਡੇਟ ਸਾਰਾ ਦਿਨ ਤੁਹਾਨੂੰ ਦਿੰਦੇ ਰਹਾਂਗੇ ਕਿ ਕਿਸਾਨ ਜਥੇਬੰਦੀਆਂ ਹੁਣ ਕੀ ਸੋਚ ਰਹੀਆਂ ਨੇ। ਮੀਟਿੰਗ ਸ਼ੁਰੂ ਹੋ ਚੁੱਕੀ ਹੈ ਕਿਸਾਨ ਜਥੇਬੰਦੀਆਂ ਦੀ। ਜਿਵੇਂ ਹੀ ਕੋਈ ਰਾਏ ਬਣ ਪਾਉਂਦੀ ਹੈ ਉਹਨਾਂ ਦੀ, ਉਹ ਤੁਹਾਡੇ ਤੱਕ ਪਹੁੰਚਾਵਾਂਗੇ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।